ਕਿ ਭਵਿੱਖ ਦੇ ਵਿੱਚ ਜੇ ਕਿਸੇ ਫੇਰ ਸਿਰ ਫੇਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਿਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ। ਜਥੇਦਾਰ ਸਾਹਿਬ ਕੌਮ ਦੇ ਵਿੱਚ ਭਰਾ ਮਾਰੂ ਜੰਗ ਛੇੜਨ ਵੱਲ ਨੂੰ ਵਧ ਰਹੇ ਨੇ। ਉਦੋਂ ਬਾਅਦ ਇਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ ਸਾਡੇ ਤੋਂ ਕਿਰਪਾਨ ਖਵਾਉਣੀਆਂ, ਕਿਰਪਾਨਾਂ ਫੜਾ ਕੇ ਅਕਾਲ ਤਖਤ ਸਾਹਿਬ ਦੇ ਅੰਦਰ ਉੱਥੇ ਉੱਤੇ ਹੀ ਵੱਢ ਦੇਣ। ਕਿ ਅੱਜ ਇਹਨਾਂ ਨੂੰ ਦੁਮਾਲੇ ਵਾਲੇ ਸਿੰਘ ਤੇ ਕਿਰਪਾਨਧਾਰੀ ਸਿੰਘ ਅੱਤਵਾਦੀ ਕਿਉਂ ਦਿਸਣ ਲੱਗਾ। ਇਸ ਲਾਣੇ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਜੋ ਇਹ ਕਹਿ ਰਹੇ ਨੇ, ਕਿਉਂਕਿ ਇਹ ਸਭ ਉਸ ਦੀ ਉਪਜ ਨੇ ਜੋ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਤੇ ਮਨੂਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦਾ। ਜੇ ਮਰਿਆਦਾ ਦੀ ਗੱਲ ਕਰਦੇ ਆ ਤੇ ਪੰਜਾਂ ਤਖਤਾਂ ਦੀ ਮਰਿਆਦਾ ਇੱਕ ਨਹੀਂ। ਵਿਰਾਸਤਾਂ ਕਾਰ ਸੇਵਾ ਦੇ ਨਾਮ ਹੇਠ ਤੋੜ ਦਿੱਤੀਆਂ ਗਈਆਂ ਵਾ। ਗੁਰੂ ਕੇ ਬਾਗ ਅੰਗਰੇਜ਼ੀ ਪਾਰਕਾਂ ਦੇ ਚੱਕਰ 'ਚ ਉਜਾੜ ਦਿੱਤੇ ਗਏ ਆ ਕਿ ਜਿਹੜਾ ਸਿੱਖ ਇਤਿਹਾਸ ਸੀ ਉਹਦਾ ਵੀ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਆ। ਅਸੀਂ SGPC ਅਰਬਾਂ ਰੁਪਏ ਦੀ ਪ੍ਰਾਪਰਟੀ ਲੈ ਕੇ ਬੈਠੀ ਹੈ, ਅਰਬਾਂ ਰੁਪਏ ਦਾ ਉਹਦਾ ਬਜਟ ਹੁੰਦਾ ਹੈ। ਅਸੀਂ ਕੋਈ ਮੀਡੀਆ ਚੈਨਲ ਆਪਣਾ ਨਹੀਂ ਬਣਾ ਸਕੇ। ਉਲਟਾ ਜਿਹੜਾ ਦਰਬਾਰ ਸਾਹਿਬ ਤੋਂ ਲਾਈਵ ਹੁੰਦਾ ਉਹ ਵੀ ਇੱਕ ਪਰਿਵਾਰ ਨੂੰ ਸਪੈਸ਼ਲ ਦੇ ਦਿੱਤਾ ਗਿਆ। ਜੇ ਇਹ ਡਾਂਗਾ ਖਰੀਦਣ ਦੀ ਗੱਲ ਜਾਂ ਇਹ ਕਹਿਣ ਦੀ ਗੱਲ ਕਰਦੇ ਵੀ ਅਕਾਲੀ ਦਲ ਵਾਲੇ ਉੱਤੇ ਪਹੁੰਚ ਦੋ, ਤੇ ਇਹ ਸਾਫ਼ ਹੈ ਵੀ ਇਹ ਬਦਮਾਸ਼ੀ ਤੇ ਉਤਰ ਆਏ ਆ। ਜਿਸ ਦਿਨ ਬਾਬੇ ਗੁਰਦਿੱਤੇ ਦੇ ਗੁਰਦੁਆਰੇ ਦੇ ਵਿੱਚ ਇਹਨਾਂ ਦੇ 6 ਬੰਦੇ ਸ਼ਰਾਬ ਪੀਂਦੇ ਨੇ, ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕਰਦੇ ਆ, ਔਰ ਉਹ ਸਰੂਪ ਅਜੇ ਤੱਕ ਨਹੀਂ ਲੱਭਿਆ। 2015 ਦੀ ਘਟਨਾ ਵਾਪਰੀ ਹੋਈ ਆ, ਉਦੋਂ ਇਹਨਾਂ ਦੇ ਇਹ ਡਾਂਗਾ ਤੇ ਕਿੱਥੇ ਸਨ। ਕਿ ਜੇ 328 ਸਰੂਪ ਮਾਮਲਾ ਧਾਰਮਿਕ ਆ ਤੇ ਤੁਸੀਂ ਉਹਨੂੰ ਇਹਨਾਂ ਬਾਦਲ ਕੋੜਮੇ ਨੂੰ ਝਾੜੂ ਮਰਵਾ ਕੇ ਛੱਡ ਰਹੇ ਹੋ। ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਵੀ ਜਿਹੜੀ SGPC ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ, ਪਰ ਜੇ ਪੁੱਤ ਦੀ ਗੱਲ ਕਰੀਏ ਤੇ ਪੁੱਤ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਨੇ, ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ, ਇਨਸਾਫ ਮੰਗਣ ਵਾਲਿਆਂ ਤੇ ਗੋਲੀਆਂ ਚੱਲਦੀਆਂ ਨੇ, ਜਿਹੜੇ ਗੋਲੀਆਂ ਮਾਰਦੇ ਨੇ ਉਹਨਾਂ ਨੂੰ DGP ਦੇ ਅਹੁਦੇ ਦਿੱਤੇ ਜਾਂਦੇ ਨੇ। ਇਹਨਾਂ ਨੇ ਮੋਹਰ ਲਗਾ ਦਿੱਤੀ SGPC ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਮਤਲਬ ਵੀ ਇਹ ਉਹਦੇ ਕਬਜ਼ੇ ਦੇ ਅਧੀਨ ਰਹੂਗੀ। ਜਥੇਦਾਰ ਹਰਪ੍ਰੀਤ ਸਿੰਘ ਜੀ ਮੋਹਰ ਲਗਾ ਰਹੇ ਨੇ ਉਹਦੇ ਉੱਤੇ। ਸਾਰੀ ਦੁਨੀਆ, ਹਿੰਦੂ ਵੀ ਦੇਖਦੇ ਨੇ, ਸਿੱਖ ਵੀ, ਆਪਣਾ ਮੁਸਲਮਾਨ ਵੀ ਦੇਖਦੇ ਨੇ, ਸਾਰੀ ਦੁਨੀਆ ਦੇਖਦੀ ਬਦਨਾਮੀ ਹੁੰਦੀ ਪੰਥ ਦੀ। ਪਰ ਜਦੋਂ ਟਾਸਕ ਫੋਰਸ ਜਿਹੜੀ ਕਿਰਪਾਨਾਂ ਲੈ ਕੇ ਸਿੱਖਾਂ ਦੇ ਉੱਤੇ ਵਾਰ ਕਰਦੀ ਹੈ ਉਹ ਨਜ਼ਰ ਨਹੀਂ ਆਉਂਦਾ ਜਥੇਦਾਰ ਸਾਹਿਬ ਨੂੰ। ਵਾਹਿਗੁਰੂ ਜੀ ਕੀ ਫਤਿਹ। ਦਾਸ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਲਜੀਤ ਸਿੰਘ ਤੇ ਆਪ ਜੀ ਦੇਖ ਰਹੇ ਹੋ MPR 24 ਪੰਜਾਬੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਆਪਣੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਮਨਾਈ ਗਈ ਹੈ, ਤੇ ਉਸ ਵਰ੍ਹੇਗੰਢ ਨੂੰ ਮਨਾਉਂਦੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਹਾਜ਼ਰੀ ਭਰੀ ਗਈ, ਉੱਥੇ ਨਾਲ ਦੀ ਨਾਲ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਵੱਲੋਂ ਵੀ ਹਾਜ਼ਰੀ ਭਰੀ ਗਈ। ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਸ ਅਕਾਲ ਤਖਤ ਸਾਹਿਬ ਦੀ ਜਿਹੜੀ ਫਸੀਲ ਹੈਗੀ ਉਹ ਤੋਂ ਜਿਸ ਤਰੀਕੇ ਦੇ ਨਾਲ ਪੰਥ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ, ਪੰਥ ਨੂੰ ਜਿਹੜੇ ਮੌਕੇ ਦਿੱਤੇ ਗਏ ਨੇ, ਉਹ ਜਿਹੜਾ ਸਾਰਾ ਉਹਨਾਂ ਦਾ ਭਾਸ਼ਣ ਸੀ ਉਸ ਦੇ ਵਿੱਚ ਕਿਹੜੇ ਨੁਕਤੇ ਸਨ, ਉਹ ਸਾਰੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਸਾਡੇ ਨਾਲ ਹਾਜ਼ਰ ਨੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਵਡਾਲਾ, ਜਿਹੜੇ ਸਨ 2016 ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਖਿਲਾਫ ਲਗਾਤਾਰ ਆਵਾਜ਼ ਉਠਾ ਰਹੇ ਨੇ। ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ MPR 24 ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਕਿ 100ਵੀਂ ਵਰ੍ਹੇਗੰਢ ਜਿਹੜੀ SGPC ਵੱਲੋਂ ਮਨਾਈ ਗਈ ਹੈ ਔਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਭਾਸ਼ਣ ਦਿੱਤਾ ਗਿਆ ਉਹਦੇ ਵਿੱਚ ਕੁਝ ਨੁਕਤੇ ਉਹਨਾਂ ਨੇ ਪੇਸ਼ ਕੀਤੇ ਨੇ। ਮੈਂ ਉਹਨਾਂ ਦੇ ਉੱਤੇ ਆਪ ਜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦਾ। ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਨੁਕਤੇ ਨੇ ਉਹਦੇ ਆਪ ਜੀ ਨੇ ਆਪਣੇ ਵਿਊ ਦੇਣੇ ਨੇ।
ਪਹਿਲਾ ਜਿਹੜਾ ਨੁਕਤਾ ਉਹਨਾਂ ਨੇ ਪੇਸ਼ ਕੀਤਾ ਹੈ ਕਿ ਐਸਜੀਪੀਸੀ ਜਿਹੜੀ ਹੈਗੀ ਆ ਜਾਤ ਪਾਤ ਵਿਰੋਧੀ ਚੇਤਨਤਾ ਦੇ ਵਿੱਚੋਂ ਜਨਮ ਲੈਂਦੀ ਹੈ। ਪਰ ਜੀ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਜਿਵੇਂ ਕਿ ਕੁਝ ਗ੍ਰੰਥੀ ਸਿੰਘਾਂ ਵੱਲੋਂ, ਜਿਹੜੇ ਰਾਗੀ ਸਿੰਘਾਂ ਵੱਲੋਂ ਵੀ ਇਸ ਤਰੀਕੇ ਦੀਆਂ ਕਈ ਵਾਰੀ ਖਬਰਾਂ ਆਈਆਂ ਕਿ ਸਾਨੂੰ ਜਾਤ ਪਾਤ ਕਰਕੇ ਵੰਗਾਰਿਆ ਜਾਂਦਾ ਉੱਥੇ, ਜਾਂ ਕਈ ਵਾਰੀ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੇਖਦੇ ਹਾਂ, ਉਹਨਾਂ ਦੇ ਐਸਸੀ ਵਿੰਗ ਬੀਸੀ ਵਿੰਗ ਨੇ, ਜਾਂ ਕਈ ਵਾਰੀ ਜਦੋਂ ਪ੍ਰਧਾਨ ਚੁਣਨ ਦੀ ਗੱਲ ਆਉਂਦੀ ਹੈ, ਖਬਰਾਂ ਇਦਾਂ ਦੀਆਂ ਆਉਂਦੀਆਂ ਨੇ ਕਿ ਇੱਕ ਦਲਿਤ ਭਾਈਚਾਰੇ ਚੋਂ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਜਿਹੜਾ ਹੈਗਾ ਉਹ ਚੁਣਿਆ ਜਾਵੇਗਾ। ਕਿ ਜਿਹੜਾ ਜਾਤ ਪਾਤ ਵਿਰੋਧੀ ਜਿਹੜੀ ਚੇਤਨਤਾ ਸੀ, ਕੀ ਉਸ ਗੱਲ ਨੂੰ ਲੈ ਕੇ ਐਸਜੀਪੀਸੀ ਖਰੀ ਉਤਰੀ ਹੈ ਜੀ? ਇੱਥੇ ਤਾਂ ਇਹ ਕਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਆ, ਔਰ ਸ੍ਰੀ ਅਕਾਲ ਤਖਤ ਸਾਹਿਬ ਸਿਰਮੌਰ ਹਸਤੀ ਆ, ਔਰ ਜਿੱਥੋਂ ਤੱਕ ਅਕਾਲੀ ਦਲ ਬਾਦਲਾਂ ਦਾ ਸਵਾਲ ਹੈ, ਇਹ ਸਭ ਕੁਛ ਉਸ ਵਿਰੋਧੀ ਤਾਕਤ ਦੀ ਕਠਪੁਤਲੀ ਆ ਜਿਹੜੀ ਜਾਤ ਪਾਤ ਨੂੰ ਮੁੜ ਮੰਨੂ ਸੋਚ ਨੂੰ ਲਾਗੂ ਕਰਨ ਤੇ ਤੁਲੀ ਹੋਈ ਆ ਜੀ। ਤੇ ਜਿੰਨਾ ਚਿਰ ਇਹਨਾਂ ਲੋਕਾਂ ਦਾ ਕਬਜ਼ਾ ਰਹੇਗਾ, ਉਹਨਾਂ ਚਿਰ ਤੁਸੀਂ ਭੁੱਲ ਜਾਓ ਕਿ ਇਹ ਜੋ ਕਹਿ ਰਹੇ ਨੇ ਉਹ ਹੋਊਗਾ। ਉਲਟਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਆ ਗੁਰਦੁਆਰਾ, ਉਹਦੇ ਵਿੱਚ ਵੀ ਐਸਸੀ ਇਹਨਾਂ ਨੇ ਕੋਟੇ ਰੱਖੇ ਹੋਏ ਨੇ। ਸ਼੍ਰੋਮਣੀ ਜਿਹੜਾ ਬਾਦਲ ਜਦ ਅਕਾਲੀ ਦਲ ਉਹ ਕਬਜ਼ਾ ਕਰੀ ਬੈਠਾ, ਉਹਦੇ ਵਿੱਚ ਐਸਸੀ ਬੀਸੀ ਵਿੰਗ ਬਣਾ ਛੱਡਿਆ। ਅਸੀਂ ਜਮਾਤ ਤੇ ਜਾਤ ਦੇ ਫਰਕ ਨੂੰ ਨਹੀਂ ਸਮਝ ਰਹੇ, ਪਰ ਮੁੱਕਦੀ ਗੱਲ ਇਸ ਲਾਣੇ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਜੋ ਇਹ ਕਹਿ ਰਹੇ ਨੇ, ਕਿਉਂਕਿ ਇਹ ਸਭ ਉਸ ਦੀ ਉਪਜ ਨੇ ਜੋ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਤੇ ਮਨੂਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦਾ ਹੈ। ਜੀ। ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਦੋਂ ਹੋਂਦ ਦੇ ਵਿੱਚ ਆਈ ਤੇ ਦੋ ਕੰਮ ਮੁੱਖ ਜਿਹੜੇ ਸੀ ਸ਼੍ਰੋਮਣੀ ਕਮੇਟੀ ਦੇ ਸੀ, ਇੱਕ ਸੀ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਤੇ ਦੂਸਰਾ ਸੀ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨਾ। ਪ੍ਰਬੰਧ ਸਾਡੇ ਸਾਰਿਆਂ ਦੇ ਸਾਹਮਣੇ ਹੈ। ਜੇ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ 5 ਤਖਤਾਂ ਦੀ ਮਰਿਆਦਾ ਇੱਕ ਨਹੀਂ ਹੈ, ਬਹੁਤ ਸਾਰੇ ਜਿਹੜੇ ਡੇਰੇ ਨੇ ਉਹਨਾਂ ਦੇ ਵਿੱਚ ਵੱਖਰੀ ਵੱਖਰੀ ਮਰਿਆਦਾ ਚੱਲਦੀ ਹੈ। ਇੱਥੇ ਸ਼੍ਰੋਮਣੀ ਕਮੇਟੀ ਕਿੰਨਾ ਕੁ ਕੰਮ ਕਰ ਸਕੀ ਹੈ? ਸ਼੍ਰੋਮਣੀ ਕਮੇਟੀ ਪਹਿਲਾਂ ਜਦੋਂ ਸਿੱਖਾਂ ਦੀ ਸਿਲੈਕਸ਼ਨ ਕਰਕੇ ਗੁਰੂ ਦੇ ਹਜ਼ੂਰ ਚੋਂ ਉਹ ਸਥਾਪਿਤ ਹੋਈ, ਉਹਦੇ ਪਹਿਲੇ 5 ਸਾਲ ਜਿਹੜੇ ਸੀਗੇ ਬਹੁਤ ਵਧੀਆ ਲੰਘੇ ਆ। ਜਿਉਂ ਹੀ ਇਲੈਕਸ਼ਨ ਸਿਸਟਮ ਸਾਡੇ ਗੱਲ 'ਚ ਪਿਆ, ਉਦੋਂ ਬਾਅਦ ਹੁਣ ਤੱਕ ਉਹ ਨਿਗਾਰ ਵੱਲ ਨੂੰ ਗਈ ਆ। ਨਾ ਤਾਂ ਸੇਵਾ ਸੰਭਾਲ ਹੋਈ ਆ, ਵਿਰਾਸਤਾਂ ਕਾਰ ਸੇਵਾ ਦੇ ਨਾਮ ਹੇਠ ਤੋੜ ਦਿੱਤੀਆਂ ਗਈਆਂ ਵਾ। ਗੁਰੂ ਕੇ ਬਾਗ ਅੰਗਰੇਜ਼ੀ ਪਾਰਕਾਂ ਦੇ ਚੱਕਰ 'ਚ ਉਜਾੜ ਦਿੱਤੇ ਗਏ ਆ। ਗੁਰਦੁਆਰਿਆਂ ਦਾ ਸਿਸਟਮ ਤੁਹਾਡੇ ਸਾਹਮਣੇ ਆ, ਉੱਥੇ ਦਾ ਪੌਣ ਪਾਣੀ ਉਹ ਸਭ ਕੁਝ ਵਿਗਾੜ ਦਿੱਤਾ ਗਿਆ ਜੀ। ਇਹ ਕਹਿ ਲਈਏ ਕਿ ਬਣਾਈ ਤਾਂ ਪ੍ਰਚਾਰ ਪ੍ਰਸਾਰ ਲਈ ਗਈ ਸੀ, ਘਰ ਸਿੱਖਾਂ ਦਾ ਸੀਗਾ, ਪਰ ਹੁਣ ਪਿਛਲੇ 3-4 ਦਹਾਕਿਆਂ ਤੋਂ ਬਾਦਲ ਦਲ ਦਾ ਕਬਜ਼ਾ ਹੋਣ ਕਰਕੇ ਉਹ ਨਾ ਤਾਂ ਸੇਵਾ ਸੰਭਾਲ ਹੋ ਸਕੀ ਹੈ, ਨਾ ਪ੍ਰਚਾਰ ਪ੍ਰਸਾਰ ਹੋ ਸਕਿਆ ਹੈ। ਉਲਟਾ ਸਾਡੀਆਂ ਵਿਰਾਸਤਾਂ ਖਤਮ ਕਰਕੇ ਜਿਹੜਾ ਸਿੱਖ ਇਤਿਹਾਸ ਸੀ ਉਹਦਾ ਵੀ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਆ। ਹੁਣ ਤਾਂ ਅਸੀਂ ਨਿਗਾਰ ਵੱਲ ਇਹ ਕਹਿ ਲਈਏ ਕਿ 100 ਸਾਲ ਪਿੱਛੇ ਨਾਲੋਂ ਵੀ ਪਿਛਾਂ ਡਿੱਗ ਗਏ ਜੀ। ਇੱਕ ਦੋ ਅਖਬਾਰ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ, ਇਹ ਦੋ ਅਖਬਾਰਾਂ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਹੈ, ਪਰ ਪਿਛਲੇ ਉਸ ਅਖਬਾਰਾਂ ਤੋਂ ਬਾਅਦ ਪਿਛਲੇ ਜੇ ਤੁਸੀਂ 5 ਸਾਲਾਂ ਨੂੰ ਛੱਡ ਦਈਏ, ਆਪ ਜੀ ਨੇ ਕਿਹਾ ਕਿ 5 ਸਾਲ ਵਧੀਆ ਨਿਕਲੇ, ਤੇ ਪਿਛਲੇ 95 ਸਾਲਾਂ ਦੇ ਵਿੱਚ, ਔਰ ਜਿਵੇਂ ਅੱਜ ਟੈਕਨੋਲੋਜੀ ਦਾ ਯੁੱਗ ਹੈ, ਅਸੀਂ ਐਸਜੀਪੀਸੀ ਅਰਬਾਂ ਰੁਪਏ ਦੀ ਪ੍ਰਾਪਰਟੀ ਲੈ ਕੇ ਬੈਠੀ ਹੈ, ਅਰਬਾਂ ਰੁਪਏ ਦਾ ਉਹਦਾ ਬਜਟ ਹੁੰਦਾ ਹੈ, ਅਸੀਂ ਕੋਈ ਮੀਡੀਆ ਚੈਨਲ ਆਪਣਾ ਨਹੀਂ ਬਣਾ ਸਕੇ। ਉਲਟਾ ਜਿਹੜਾ ਦਰਬਾਰ ਸਾਹਿਬ ਤੋਂ ਲਾਈਵ ਹੁੰਦਾ ਉਹ ਵੀ ਇੱਕ ਪਰਿਵਾਰ ਨੂੰ ਸਪੈਸ਼ਲ ਦੇ ਦਿੱਤਾ ਗਿਆ। ਇਹਦੇ ਉੱਤੇ ਕਿਸ ਤਰੀਕੇ ਦੀ ਆਪ ਜੀ ਦੀ ਟਿੱਪਣੀ ਹੋਵੇਗੀ? ਇਹਦੀ ਟਿੱਪਣੀ ਹੋਊਗੀ ਜੀ, ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਸਾਥ ਦਿਓ। ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 2016 ਚ ਆਰੰਭ ਕੀਤੀ ਗਈ ਸੀ, ਔਰ ਇਹੀ ਕਦੀ ਭਾਈ ਲਛਮਣ ਸਿੰਘ ਹੁਣਾਂ ਨੇ ਨਾਅਰਾ ਦਿੱਤਾ ਸੀ। ਸਮੇਂ ਨਾਲ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਆ ਇਹਦੀ ਆਰੰਭਤਾ ਕੀਤੀ ਗਈ ਆ। ਜਿਸ ਦਿਨ ਤੁਸੀਂ ਇਹਨਾਂ ਰਾਜਨੀਤਿਕਾਂ ਤੋਂ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਆਜ਼ਾਦ ਕਰਾ ਲੋਗੇ, ਉਸ ਦਿਨ ਤੁਹਾਡੀ ਇਹ ਚੈਨਲ, ਇਹ ਅਖਬਾਰ, ਇਹ ਫਲਸਫਾ ਸਾਰਾ ਕੁਝ ਤੁਹਾਡਾ ਹੋ ਸਕਦਾ ਹੈ। ਤੇ ਜੇ ਤੁਸੀਂ ਰਾਜਸੀ ਲੋਕਾਂ ਤੋਂ ਨਹੀਂ ਛਡਾਉਂਦੇ ਤੇ ਫਿਰ ਜਿਹੜਾ ਰਾਜਸੀ ਟੱਬਰ ਆਇਆ ਕਰੂਗਾ ਉਹਦਾ ਹੀ ਸਭ ਕੁਝ ਹੋਇਆ ਕਰੇਗਾ। ਇਹ ਪਰਪਾਟੀ ਬਾਦਲਾਂ ਨੇ ਪਾ ਦਿੱਤੀ ਜੀ।
ਇੱਕ ਗੱਲ ਕੀਤੀ ਸੀ ਕਿ ਜਥੇਦਾਰ ਕਰਤਾਰ ਸਿੰਘ ਝੱਬਰ ਨੇ 100 ਡਾਂਗਾ ਜਿਹੜੀਆਂ ਨੇ ਖਰੀਦੀਆਂ ਸੀਗੀਆਂ ਵੀ ਜਿਹੜੇ ਐਸਜੀਪੀਸੀ ਦਾ ਵਿਰੋਧ ਕਰਨਗੇ, ਪਰ ਅੱਜ ਉਹ ਜਿਹੜੀਆਂ ਡਾਂਗਾ ਨੇ ਸਿੱਖਾਂ ਦੇ ਖਿਲਾਫ ਜਿਹੜੀਆਂ ਐਸਜੀਪੀਸੀ ਟਾਸਕ ਫੋਰਸ ਵੱਲੋਂ ਵਰਤੀਆਂ ਜਾਂਦੀਆਂ ਨੇ, ਉਹ ਕਿਉਂ ਹੋ ਰਿਹਾ ਸਾਰਾ ਕੁਝ? ਵੇਖੋ ਜੀ, ਉਹਨਾਂ ਨੇ ਤਾਂ ਜਬਰ ਜੁਰਮ ਦੇ ਖਿਲਾਫ ਕੀਤਾ ਜੀ। ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਨੁਕਸਾਨ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਵਿੱਢੀ ਨਰੈਣੂ ਮਹੰਤਾਂ ਦੇ। ਹੁਣ ਇਹ ਸੋਚਣ ਵੀ ਨਰੈਣੂ ਮਹੰਤ ਦੇ ਕੰਮ ਇਹ ਕਰ ਰਹੇ ਨੇ, ਜੇ ਇਹ ਡਾਂਗਾ ਖਰੀਦਣ ਦੀ ਗੱਲ ਜਾਂ ਇਹ ਕਹਿਣ ਦੀ ਗੱਲ ਕਰਦੇ ਵੀ ਅਕਾਲੀ ਦਲ ਵਾਲੇ ਉੱਥੇ ਪਹੁੰਚ ਦੋ, ਤੇ ਇਹ ਸਾਫ਼ ਹੈ ਵੀ ਇਹ ਬਦਮਾਸ਼ੀ ਤੇ ਉਤਰ ਆਏ ਆ ਜੀ। ਇਹੀ ਬਦਮਾਸ਼ੀ 100 ਸਾਲ ਪਹਿਲਾਂ ਨਰੈਣੂ ਮਹੰਤ ਨੇ ਕੀਤੀ ਸੀ, ਜਿਹੜੀ ਇਹ ਕਰ ਰਹੇ ਨੇ। ਤੇ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਆ, ਸਿੱਖਾਂ ਨੇ ਡਾਂਗਾ ਵੀ ਰੱਖੀਆਂ ਏ, ਸਿੱਖਾਂ ਨੇ ਕਿਰਪਾਨਾਂ ਵੀ ਰੱਖੀਆਂ ਏ। ਭੈ ਕਾਹੂ ਕੋ ਦੇਤ ਨੇ ਨਹਿ ਪੈਮਾਨ ਤਾਨ, ਉਹ ਕਿਸੇ ਨੂੰ ਧਮਕੀਆਂ ਨਹੀਂ ਦਿੰਦੇ, ਨਾ ਉਹ ਕਿਸੇ ਨੂੰ ਡਰਾਉਂਦੇ ਨੇ, ਚੜੇ ਆਏ ਨੂੰ ਰੋਕਦੇ ਨੇ। ਪਰ ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗਣ ਵਾਲੀਆਂ ਸਿੱਖ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ, ਤੇ ਉਲਟਾ ਜਿਨ੍ਹਾਂ ਵੱਲੋਂ ਵੱਢਿਆ ਕੁੱਟਿਆ ਮਾਰਿਆ ਗਿਆ ਉਹਨਾਂ ਦੀ ਹੌਸਲਾ ਅਫਜਾਈ ਇਸ ਬੇਬੀ ਜਥੇਦਾਰ ਬਾਦਲਾਂ ਦੇ ਹਰਪ੍ਰੀਤ ਸਿੰਘ ਨੇ ਹੋਰ ਕਰ ਦਿੱਤੀ ਹੈ, ਕਿ ਉਹਨਾਂ ਨੂੰ ਹੋਰ ਉਤਸ਼ਾਹ ਦਿੱਤਾ ਵੀ ਗਾਂ ਤੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੀ ਗੱਲ ਕਰਦਾ ਤੇ ਤੁਸੀਂ ਤਗੜੇ ਹੋ ਕੇ ਉਹਨਾਂ ਦੇ ਟੁਕੜੇ ਕਰੋ, ਅਸੀਂ ਤੁਹਾਡੇ ਨਾਲ ਆ। ਤੇ ਇਹਦੀਆਂ ਕਿਰਪਾਨਾਂ ਡਾਂਗਾ ਜਿਹੜੀਆਂ ਸੀਗੀਆਂ, ਜਦੋਂ ਬਾਈਬਲ ਕਾਂਡ ਤੋਂ ਉਹ ਵਾਪਰਿਆ ਵਾ, ਮਹਾਰਾਜ ਜੀ ਦਾ ਸਰੂਪ ਚੋਰੀ ਹੋਇਆ, ਉਦੋਂ ਇਹ ਕਿੱਥੇ ਸੀਗਾ ਜੀ? ਉਦੋਂ ਇਹਨਾਂ ਦਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਿੱਥੇ ਸੀਗੀ? ਜਿਸ ਦਿਨ ਬਾਬੇ ਗੁਰਦਿੱਤੇ ਦੇ ਗੁਰਦੁਆਰੇ ਦੇ ਵਿੱਚ ਇਹਨਾਂ ਦੇ 6 ਬੰਦੇ ਸ਼ਰਾਬ ਪੀਂਦੇ ਨੇ, ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕਰਦੇ ਆ, ਔਰ ਉਹ ਸਰੂਪ ਅਜੇ ਤੱਕ ਨਹੀਂ ਲੱਭਿਆ। 2015 ਦੀ ਘਟਨਾ ਵਾਪਰੀ ਹੋਈ ਆ, ਉਦੋਂ ਇਹਨਾਂ ਦੇ ਇਹ ਡਾਂਗਾ ਤੇ ਕਿੱਥੇ ਸਨ? ਉਦੋਂ ਕੱਢ ਦੇਣਾ ਜੀ ਜੀ ਇਹ ਨਿਹੱਥੇ ਤੇ ਬਾਣੀ ਪੜ੍ਹਨ ਵਾਲੇ ਸਿੱਖਾਂ ਵਾਸਤੇ ਆ, ਫਿਰ ਇਹਨਾਂ ਦੀ ਇਹ ਬਦਮਾਸ਼ੀ ਆ। ਤੇ ਕਹਿ ਲਓ ਕਿ ਅੱਤ ਦਾ ਅੰਤ ਹੋਣ ਵਾਲਾ ਤੇ ਇਹਨਾਂ ਦਾ ਅੰਤ ਸ਼ੁਰੂ ਹੈ ਜੀ। ਔਰ 328 ਸਰੂਪਾਂ ਦੇ ਜਦੋਂ ਗੱਲ ਕੀਤੀ ਹੈ ਜਥੇਦਾਰ ਹਰਪ੍ਰੀਤ ਸਿੰਘ ਨੇ ਕਿ ਜਿਹੜੇ 328 ਸਰੂਪ ਨੇ ਉਹ ਪ੍ਰਬੰਧਕੀ ਮਾਮਲਾ ਹੈ, ਨਾ ਕਿ ਧਾਰਮਿਕ ਮਾਮਲਾ ਹੈ। ਔਰ ਦੂਸਰੀ ਗੱਲ ਜੇ ਗੱਲ ਕਰੀਏ ਤੇ ਸੀਬੀਆਈ ਵੱਲੋਂ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਜਿਹੜਾ ਭੇਜਿਆ ਗਿਆ ਸੀ, ਉਹਦੀਆਂ ਜਿਹੜੀਆਂ ਰਸੀਦਾਂ ਸੀਬੀਆਈ ਨੇ ਸੌਂਪੀਆਂ ਨੇ, ਜੇ ਉਹ ਪ੍ਰਬੰਧਕੀ ਮਾਮਲਾ ਤੇ ਫਿਰ ਜਿਹੜਾ 300 ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਹੈ, ਉਹ ਕਿਹੜਾ ਮਾਮਲਾ ਹੋਇਆ? ਇਸੇ ਨੂੰ ਪੁੱਛਣ ਲਈ ਅਸੀਂ ਆ ਪੰਥਕ ਹੋਕਾ ਦੇ ਰਹੇ ਹਾਂ ਪਿਛਲੇ ਦਿਨਾਂ ਤੋਂ। ਬਾਬਾ ਫੌਜਾ ਸਿੰਘ ਜੀ ਸੁਭਾਣਾ ਜਲੰਧਰ ਵਾਲਿਆਂ ਵੱਲੋਂ, ਸਿੱਖ ਸਦਭਾਵਨਾ ਦਲ ਵੱਲੋਂ, ਕਿ ਜੇ 328 ਸਰੂਪ ਮਾਮਲਾ ਧਾਰਮਿਕ ਆ ਤੇ ਤੁਸੀਂ ਉਹਨੂੰ ਇਹਨਾਂ ਬਾਦਲ ਕੋੜਮੇ ਨੂੰ ਝਾੜੂ ਮਰਵਾ ਕੇ ਛੱਡ ਰਹੇ ਹੋ, ਤੇ ਫਿਰ ਅਸੀਂ ਇਹ ਪੁੱਛਾਂਗੇ ਵੀ ਤੁਸੀਂ ਆ ਜਿਹੜੇ 295A ਦੇ ਪਰਚੇ ਕਰਾ ਕੇ ਸੌਦੇ ਸਾਧਾਂ ਦੇ ਚੇਲੇ ਜਾਂ ਦੂਜੇ ਤੀਜਿਆਂ ਨੂੰ ਜੇਲ੍ਹਾਂ 'ਚ ਭੇਜਿਆ ਹੈ, ਜਾਂ ਤੇ ਫਿਰ ਸਰਕਾਰ ਉਹਨਾਂ ਨੂੰ ਛੱਡ ਦੇਵੇ ਤੇ ਇਹ ਹਰਪ੍ਰੀਤ ਸਿੰਘ ਉਹਨਾਂ ਤੋਂ ਵੀ ਝਾੜੂ ਮਰਵਾ ਕੇ ਛੱਡ ਦੇਵੇ, ਤੇ ਜਾਂ ਫਿਰ ਜਿੱਥੇ ਉਹ ਗਏ ਨੇ ਉੱਥੇ ਇਸ ਕੋੜਮੇ ਨੂੰ ਭੇਜਣਾ ਪਊਗਾ। ਔਰ ਜਿੱਥੋਂ ਤੱਕ ਸਵਾਲ ਹੈ 1984 ਦੇ ਪੁਰਾਤਨ ਖਰੜਿਆਂ ਦਾ, ਅੱਜ 328 ਸਰੂਪਾਂ ਦੇ ਲਈ ਗੱਲ ਕਰ ਰਹੇ ਹਾਂ, ਔਰ ਜਦੋਂ ਇਹ ਮੋਰਚਾ ਫਤਿਹ ਹੁੰਦਾ ਤੇ ਫਿਰ ਅਸੀਂ ਉਧਰ ਵੀ ਗੱਲ ਕਰਾਂਗੇ ਜੀ। ਔਰ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਵੀ ਜਿਹੜੀ ਐਸਜੀਪੀਸੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਹੈ, ਔਰ ਇਹਨਾਂ ਦੋਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ। ਪਰ ਜੇ ਪੁੱਤ ਦੀ ਗੱਲ ਕਰੀਏ ਤੇ ਪੁੱਤ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਨੇ, ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ, ਇਨਸਾਫ ਮੰਗਣ ਵਾਲਿਆਂ ਤੇ ਗੋਲੀਆਂ ਚੱਲਦੀਆਂ ਨੇ, ਜਿਹੜੇ ਗੋਲੀਆਂ ਮਾਰਦੇ ਨੇ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਦਿੱਤੇ ਜਾਂਦੇ ਨੇ। ਤੇ ਇਹ ਕਿਹੋ ਜਿਹਾ ਪੁੱਤ ਆ ਜਿਹੜਾ ਆਪਣੀ ਮਾਂ ਦੇ ਉੱਤੇ ਹੀ ਵਾਰ ਕਰ ਰਿਹਾ, ਔਰ ਕਬਜ਼ਾ ਕਰ ਲਿੱਤਾ ਗਿਆ ਇੱਕ ਕਿਸਮ ਦਾ। ਇਹ ਕਿਹੋ ਜਿਹਾ ਪੁੱਤ ਹੈ, ਇਹਨੂੰ ਮਾਪ। ਔਰ ਇੱਕ ਚੀਜ਼ ਹੋਰ ਕਿ ਇਹਨਾਂ ਨੇ ਮੋਹਰ ਲਗਾ ਦਿੱਤੀ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਮਤਲਬ ਇਹ ਉਹਦੇ ਕਬਜ਼ੇ ਦੇ ਅਧੀਨ ਰਹੂਗੀ। ਜਥੇਦਾਰ ਹਰਪ੍ਰੀਤ ਸਿੰਘ ਜੀ ਮੋਹਰ ਲਗਾ ਰਹੇ ਨੇ ਉਹਦੇ ਉੱਤੇ। ਇਹ ਮੋਹਰ ਲਾ ਰਿਹਾ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਾਦਲ ਟੱਬਰ ਦੀ ਰਖੇਲ ਬਣ ਕੇ ਰਵੇ, ਏਦਾਂ ਅਸੀਂ ਬਿਲਕੁਲ ਨਹੀਂ ਰਹਿਣ ਦਿਆਂਗੇ। ਔਰ ਪੁੱਛਦੇ ਆ ਇਹਨਾਂ ਲੋਕਾਂ ਨੂੰ, ਪੁੱਛਾਂਗੇ, ਸੰਗਤਾਂ ਨੂੰ ਜਾਗਰੂਕ ਕਰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਨੀਤੀ ਚੋਂ ਸਿੱਖਾਂ ਦੀ ਧਾਰਮਿਕ ਜਮਾਤ ਪੈਦਾ ਕੀਤੀ ਗਈ ਹੈ, ਨਾ ਕਿ ਕਿਸੇ ਸਿਆਸੀ ਟੱਬਰ ਦੀ ਜਾਂ ਸਿਆਸੀ ਕਿਸੇ ਆਕਾ ਦੀ ਉਪਜਾ ਜੀ। ਇਹਨਾਂ ਨੂੰ ਪੁੱਛਿਆ ਜਾਊਗਾ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਕਿਹਨੂੰ ਪੁੱਤ ਮੰਨਦੇ ਹੋ ਤੁਸੀਂ? ਅਕਾਲੀ ਦਲ ਤਾਂ ਸਿੱਖਾਂ ਦਾ ਸੀ, ਅਕਾਲੀ ਦਲ ਬਾਦਲਾਂ ਦਾ ਹੈ, ਤੇ ਬਾਦਲ ਸ਼੍ਰੋਮਣੀ ਕਮੇਟੀ ਦਾ
ਕਿਹੜੇ ਪਾਸੇ ਹੋ ਗਿਆ? ਜਿਹੜੀ ਸਿੱਖ ਰਹਿਤ ਮਰਜ਼ਾਦਾ ਤੁਸੀਂ ਅਕਾਲ ਤਖਤ ਸਾਹਿਬ ਦੀ ਮੰਨ ਰਹੇ ਹੋ, ਜਿਹਨੂੰ ਵੰਡ ਰਹੇ ਹੋ, ਉਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਪ੍ਰਧਾਨ ਆ ਉਹ ਤਾਂ ਸਿੱਖ ਹੀ ਹੈ ਨਹੀਂ ਜੀ ਉਹਦੇ ਮੁਤਾਬਕ। ਤੇ ਜਦੋਂ ਸਿੱਖ ਹੀ ਹੈ ਨਹੀਂ ਤੇ ਫਿਰ ਉਹਨੂੰ ਪ੍ਰਧਾਨ ਕਿਵੇਂ ਮੰਨੀ ਬੈਠੇ ਹੋ ਮਹਾਰਾਜ ਦੀ ਹਜ਼ੂਰੀ ਚ? ਜਦੋਂ ਉਹਨੇ ਖੇਖਣ ਕਰਨੇ ਹੁੰਦੇ ਉਹ ਦਾੜੀ ਖੋਲ ਕੇ ਆਉਂਦਾ, ਅੱਗੋਂ ਪਿੱਛੋਂ ਫਿਰ ਉਹ ਦਾੜੀ ਬੰਨ ਕੇ ਤੇ ਉਹ ਦੂਜੇ ਬੰਨੇ ਵੀ ਚੱਲਦੇ ਨੇ, ਸਾਰਾ ਕੁਛ ਕਰਦੇ ਆ। ਇਹ ਸਿਆਸੀ ਨੇ ਕਿ ਧਾਰਮਿਕ ਨੇ? ਧਾਰਮਿਕ ਨੇ ਕਿ ਸਿਆਸੀ ਨੇ? ਇਹਦਾ ਫੈਸਲਾ ਹੋਣਾ ਆ। ਔਰ ਇਹਨਾਂ ਨੂੰ ਇਹ ਜਿਹੜੀ ਮੋਹਰ ਲਾਉਣੀ ਚਾਹੁੰਦੇ ਨੇ ਵੀ ਉਹ ਬਾਦਲ ਸਾਰਾ ਕੁਛ ਆ, ਇਹ ਬਿਲਕੁਲ ਗਲਤ ਹੈ ਜੀ। ਨਾ ਤਾਂ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਬਾਦਲ ਪੁੱਤਰ ਸੀ ਤੇ ਨਾ ਹੈ ਤੇ ਨਾ ਹੀ ਹੋ ਸਕਦਾ। ਜਿਹੜਾ ਸਿੱਖ ਹੀ ਨਹੀਂ ਆ ਤੋ ਸ਼੍ਰੋਮਣੀ ਕਮੇਟੀ ਦਾ ਉਹ ਕਿਵੇਂ ਪੁੱਤ ਬਣ ਗਿਆ ਜੀ? ਉਹ ਜੀ ਜੀ ਇਹ ਝੂਠ ਬੋਲ ਚੋਰੀ ਚ ਕੁਫਰ ਤੋਲ ਰਿਹਾ ਜੀ। ਜੈਦਾਰ ਸਾਹਿਬ ਕਹਿੰਦੇ ਵੀ ਤੁਸੀਂ ਜਦੋਂ ਇਹ ਜਿਹੜੇ ਸਿੱਖ ਨੇ, ਕਈ ਜਿਹੜੇ ਕਹਿੰਦੇ ਵੀ ਜਿਹੜੇ ਇਹਨਾਂ ਨੂੰ ਭੇਜਣ ਵਾਲੇ ਕੋਈ ਹੋਰ ਨੇ, ਤੇ ਇਹ ਦਰਬਾਰ ਸਾਹਿਬ ਦੀ ਜਿਹੜੀ ਪਰਿਕਰਮਾ ਉਹਦੇ ਤਲਵਾਰਾਂ ਲਹਿਰਾਉਂਦੇ ਨੇ ਤੇ ਸਾਰੀ ਦੁਨੀਆ, ਹਿੰਦੂ ਵੀ ਦੇਖਦੇ ਨੇ, ਸਿੱਖ ਵੀ, ਆਪਣਾ ਮੁਸਲਮਾਨ ਵੀ ਦੇਖਦੇ ਨੇ, ਸਾਰੀ ਦੁਨੀਆ ਦੇਖਦੀ, ਬਦਨਾਮੀ ਹੁੰਦੀ ਪੰਥ ਦੀ। ਪਰ ਜਦੋਂ ਟਾਸਕ ਫੋਰਸ ਜਿਹੜੀ ਕਿਰਪਾਨਾਂ ਲੈ ਕੇ ਸਿੱਖਾਂ ਦੇ ਉੱਤੇ ਵਾਰ ਕਰਦੀ ਹੈ, ਉਹ ਨਜ਼ਰ ਨਹੀਂ ਆਉਂਦਾ ਜੈਦਾਰ ਸਾਹਿਬ ਨੂੰ? ਹਾਂ, ਇਹਦਾ ਜਵਾਬ ਹੁਣ ਤੁਸੀਂ ਆਪੇ ਹੀ ਦੇ ਦਿੱਤਾ ਆ ਕਿ ਜਦੋਂ ਤਾਂ ਕਿਰਪਾਨ ਦਲਜੀਤ ਸਿੰਘ ਲੈ ਕੇ ਜਾਊ ਹੱਥ ਦੇ ਵਿੱਚ ਸ੍ਰੀ ਸਾਹਿਬ ਦਮਾਲਾ ਸਜਾ ਕੇ, ਤਾਂ ਇਹਨਾਂ ਲਈ ਅੱਤਵਾਦੀ ਹੋਊ ਜੀ। ਪਰ ਜਦੋਂ ਇਹਨਾਂ ਨੇ ਅਣਪਛਾਤੀ ਟਾਸਕ ਫੋਰਸ ਸਬਕ ਸਿਖਾਊ ਮਹਿਕਮਾ ਰੱਖਣਾ ਹੋਊਗਾ, ਉਹਨਾਂ ਨੂੰ ਭਾਵੇਂ ਦਮਾਲੇ ਸਜਾ ਕਿਰਪਾਨਾਂ ਫੜਾ ਕੇ ਅਕਾਲ ਤਖਤ ਸਾਹਿਬ ਦੇ ਅੰਦਰ ਉੱਥੇ ਉੱਤੇ ਹੀ ਵੱਢ ਦੇਣ ਮਹੰਤਾਂ ਦੀ ਤਰ੍ਹਾਂ, ਜਿਵੇਂ ਭਾਈ ਹਜ਼ਾਰ ਸਿੰਘ ਹੋਣਾ ਨੂੰ ਉਹਨਾਂ ਨੇ ਉੱਥੇ ਸ਼ਹੀਦ ਕਰ ਦਿੱਤਾ ਸੀ ਹਜ਼ੂਰੀ ਚ, ਉਵੇਂ ਇਹ ਭਾਵੇਂ ਕਰ ਦੇਣ। ਇਹਨਾਂ ਨੂੰ ਝੂਠ ਬੋਲਣ ਦਾ ਤੇ ਗੁੰਡਾਗਰਦੀ ਕਰਨ ਦਾ ਸਰਟੀਫਿਕੇਟ ਮਿਲਿਆ ਹੋਇਆ ਵਾ। ਔਰ ਮੁੱਕਦੀ ਗੱਲ, ਇਹ ਜਿਹੜੀ ਕਿਰਪਾਨਾਂ ਲਹਿਰਾਉਣ ਦੀ ਗੱਲ ਕਰ ਰਿਹਾ ਨੇ, ਇਹ ਪਿੱਛੋਂ ਏਜੰਡਾ ਨਾਗਪੁਰ ਤੋਂ ਆਇਆ ਇਹਨਾਂ ਕੋਲੇ। ਇਹਨਾਂ ਨੇ ਸਭ ਤੋਂ ਪਹਿਲਾਂ ਸਾਡੀ ਕਿਰਪਾਨ ਹਰਮੰਦਰ ਸਾਹਿਬ ਤੋਂ ਛਡਾਉਣੀ ਇਹ ਗੱਲਾਂ ਕਰਕੇ, ਉਦੋਂ ਬਾਅਦ ਇਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ ਸਾਡੇ ਤੋਂ ਕਿਰਪਾਨ ਇਹ ਖਵਾਉਣੀ ਆ। ਮੁਕੰਮਲ ਪਲਾਨ ਚੱਲ ਰਿਹਾ ਜੀ ਸਾਰਾ ਕੁਛ। ਜੋ ਮੇਰਾ ਖਦਸ਼ਾ ਵੀ ਹੋ ਸਕਦਾ, ਮੈਂ ਗਲਤ ਵੀ ਹੋ ਸਕਦਾ, ਪਰ ਜੋ ਮੇਰਾ ਮਨ ਕਹਿੰਦਾ ਵੀ ਅੱਜ ਇਹਨਾਂ ਨੂੰ ਦੁਮਾਲੇ ਵਾਲੇ ਸਿੰਘ ਤੇ ਕਿਰਪਾਨਧਾਰੀ ਸਿੰਘ ਅੱਤਵਾਦੀ ਕਿਉਂ ਦਿਸਣ ਲੱਗਾ, ਤੇ ਫਿਰ ਇਹਦਾ ਪਿੱਛੇ ਮਤਲਬ ਕੋਈ ਹੋਰ ਹੈ ਜੀ। ਔਰ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਪਿੱਛੇ ਕੁਝ ਲੋਕਾਂ ਨੇ ਇੱਕ ਜਿਹੜੀ ਸੰਸਥਾ ਹੈਗੀ ਆ ਉਹਦੇ ਗੇਟਾਂ ਨੂੰ ਤਾਲੇ ਲਾਏ, ਵੀ ਜੇ ਦੁਬਾਰੇ ਕੋਈ ਤਾਲੇ ਲਾਉਂਦਾ ਤਾਂ ਸੰਗਤਾਂ ਨੂੰ ਅਪੀਲ ਕਰਦੇ ਵੀ ਤੁਸੀਂ ਵਹੀਰਾਂ ਘੱਤ ਕੇ ਆਇਓ। ਕੀ ਜਥੇਦਾਰ ਸਾਹਿਬ ਕੌਮ ਦੇ ਵਿੱਚ ਭਰਾ ਮਾਰੂ ਜੰਗ ਛੇੜਨ ਵੱਲ ਨੂੰ ਵੱਧ ਰਹੇ ਨੇ? ਹਾਂ, ਇਹ ਹੁਣ ਭਰਾ ਹੁੰਦਾ ਤੇ ਹਾਂ ਗੱਲ ਸੋਚਦਾ ਨਾ ਜੀ। ਇਹ ਸਿੱਖਾਂ ਦਾ ਭਰਾ ਨਹੀਂ ਆ, ਨਾ ਇਹ ਸਿੱਖ ਨੇ। ਇਹ ਸਿੱਖੀ ਸਰੂਪ ਦੇ ਵਿੱਚ ਸਾਡੇ ਚੋਂ ਤੇ ਉਹੀ ਨਰੈਣੂ ਮਹੰਤ ਵੜ ਗਏ ਨੇ। ਜੇ ਸਿੱਖ ਹੁੰਦੇ ਤੇ ਫਿਰ ਇਸ ਗੱਲ ਨੂੰ ਸੋਚਦੇ। ਇਸ ਲਈ ਸੰਗਤ ਨੂੰ ਕਹਿਣਾ ਚਾਹੁੰਦੇ ਆ, ਇਹ ਸਿੱਖ ਨਹੀਂ ਆ। ਇਹਨਾਂ ਦੇ ਸਰੂਪ ਵੇਖ ਕੇ ਇਹਨਾਂ ਨੂੰ ਸਿੱਖ ਨਾ ਆਖੋ। ਸਿੱਖ ਤਾਂ ਦੁਸ਼ਮਣ ਤੇ ਨਿਹੱਤੇ ਤੇ ਵਾਰ ਨਹੀਂ ਕਰਦਾ, ਭੱਜਦੇ ਤੇ ਵਾਰ ਨਹੀਂ ਕਰਦਾ, ਬਜ਼ੁਰਗ ਤੇ ਵਾਰ ਨਹੀਂ ਕਰਦਾ, ਬੱਚੇ ਬੀਬੀ ਤੇ ਵਾਰ ਨਹੀਂ ਕਰਦਾ। ਇਹਨਾਂ ਤੇ ਛੱਡਿਆ ਕੱਖ ਨਹੀਂ ਆ ਜੀ। ਇਸ ਲਈ ਇਹਨਾਂ ਨੂੰ ਸਿੱਖ ਕਹਿਣਾ ਬੜੀ ਵੱਡੀ ਭੁੱਲ ਹੈ। ਦੂਸਰੀ ਗੱਲ, ਜਿਹੜੀਆਂ ਇਹ ਕਿਰਪਾਨੇ ਟਕੂਏ ਕਹਿੰਦਾ ਲੈ ਕੇ ਆ ਜਿਓ, ਉਦਣ ਕਿੱਥੇ ਸਨ? ਜਦੋਂ ਮੈਂ ਫਿਰ ਬੇਨਤੀ ਕਰਦਾ ਵੀ ਗੁਰੂ ਪੰਥ ਤੇ ਅੱਜ ਤੱਕ ਉਹ ਨਰਾਦਰੀਆਂ ਹੋ ਰਹੀਆਂ ਨੇ, ਕਿੰਨੇ ਕੁ ਸਿਰ ਤੁਸੀਂ ਵੱਢ ਲਿਆਂਦੇ ਨੇ ਬੇਅਦਬੀ ਕਰਨ ਵਾਲਿਆਂ ਦੇ। ਔਰ ਰਹੀ ਗੱਲ ਜਿੰਦਰੇ ਮਾਰਨ ਦੀ, ਜਿੰਦਰੇ ਸਿੱਖ ਸਦਭਾਵਨਾ ਦਲ ਬਾਬਾ ਫੌਜਾ ਸਿੰਘ ਅਕਾਲ ਬੁੰਗਾ ਗੁਰਦੁਆਰਾ ਸਾਹਿਬ, ਅਸੀਂ ਜਿਹੜਾ ਉੱਥੇ ਪੰਥਕ ਹੁੱਕਾ ਦੇ ਰਹੇ ਹਾਂ, ਅਸੀਂ ਤੇ ਬਾਦਲਾਂ ਦੇ ਰਾਜਨੀਤੀ ਦੇ ਵਜੇ ਹੋਏ ਜਿੰਦਰੇ ਤੋੜਨੇ ਨੇ, ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਦਰੇ ਲਾਉਣੇ ਨੇ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਹੈ ਤੇ ਸਿੱਖ ਉਸ ਘਰ ਚ ਵੜੇ ਹੋਏ ਬਾਦਲ ਦਲ ਦੀ ਰਾਜਨੀਤੀ ਦੇ ਸੱਪ ਨੂੰ ਕੱਢ ਕੇ ਜ਼ਰੂਰ ਮਾਰਨਗੇ, ਚੋਰ ਨੂੰ ਜ਼ਰੂਰ ਕੱਢਣਗੇ, ਪਰ ਸਿੱਖ ਘਰ ਨੂੰ ਅੱਗ ਨਹੀਂ ਲੱਗਣ ਦੇਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਹੈ ਤੇ ਸਿੱਖ ਉਹਨੂੰ ਜਿੰਦਰੇ ਮਾਰਨਗੇ ਨਹੀਂ, ਰਾਜਨੀਤੀ ਦੇ ਜਿੰਦਰੇ ਤੋੜਨਗੇ, ਜਿਨ੍ਹਾਂ ਦੀ ਹਾਮੀ ਅਸੀਂ ਭਰਦੇ ਹਾਂ ਜੀ। 6 ਦਸੰਬਰ ਨੂੰ ਆਪ ਜੀ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਪੰਥਕ ਹੋਕਾ ਜਿਹੜਾ ਚੱਲ ਰਿਹਾ ਹੈ, ਉਹਦਾ 6 ਦਸੰਬਰ ਨੂੰ ਆਪ ਜੀ ਇੱਕ ਪੰਥਕ ਇਕੱਠ ਕਰ ਰਹੇ ਹੋ। ਉਸ ਪੰਥਕ ਇਕੱਠ ਦਾ ਕੀ ਮਕਸਦ ਹੈਗਾ? ਕੀ ਕੁਝ ਸੁਨੇਹਾ ਪੰਥ ਨੂੰ ਆਪ ਜੀ ਦੇਣਾ ਚਾਹੁੰਦੇ ਹੋ?
ਉਹਦਾ ਮਕਸਦ ਇਹ ਹੈ ਕਿ ਪਿੱਛੇ 4 ਨਵੰਬਰ ਨੂੰ ਗੁਰਦੁਆਰਾ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਵੱਲੋਂ ਸਿੱਖ ਸਦਭਾਵਨਾ ਦਲ ਵੱਲੋਂ ਸਿੱਖ ਸੰਗਤਾਂ ਦੇ ਨਾਲ ਮਿਲ ਕੇ ਅਰਦਾਸ ਕੀਤੀ ਗਈ ਸੀ, ਜਿਸ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਿਆ ਗਿਆ। ਕਿਸਾਨ ਵੀਰ ਜਿਹੜੇ ਬੈਠੇ ਨੇ ਸੜਕਾਂ ਤੇ, ਉਹਨਾਂ ਦੀ ਫਤਿਹ ਜਾਬੀ ਦੀ ਅਰਦਾਸ ਕੀਤੀ ਗਈ, ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕੀਤੀ ਗਈ, ਮਹਾਮਾਰੀ ਕਰੋਨਾ ਵਾਇਰਸ ਤੋਂ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਡਾਂਗਮਾਰ ਸਾਹਿਬ, ਮੰਗੂ ਮੱਠ ਸਾਹਿਬ, ਗਿਆਨ ਗੋਦੜੀ ਦੀ ਬਹਾਲੀ ਦੀ ਅਰਦਾਸ ਕੀਤੀ ਗਈ। ਫਿਰ ਆ ਜਿਹੜੇ ਪਿਛਲੇ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕੋੜਮੇ ਦੇ ਗੁੰਡਾ ਬ੍ਰਿਗੇਡ ਵੱਲੋਂ ਵੱਡੇ ਫੱਟੇ ਮਾਰੇ ਕੁੱਟੇ ਗਏ ਸਨ ਸਿੰਘ ਸਿੰਘਣੀਆਂ, ਬੱਚੇ ਬਜ਼ੁਰਗ, ਉਹਨਾਂ ਦੀ ਸਿਹਤ ਜਾਬੀ ਦੀ ਅਰਦਾਸ ਕੀਤੀ ਗਈ ਤੇ 328 ਸਰੂਪ ਮਹਾਰਾਜ ਜੀ ਦੇ ਕਿੱਥੇ ਨੇ, ਦੋਸ਼ੀ ਕੌਣ ਹੈ, ਮੁਕੱਦਮਾ ਦਰਜ ਕਿਉਂ ਨਹੀਂ ਹੋਇਆ, ਉਹਦੀ ਸਫਲਤਾ ਲਈ ਅਰਦਾਸ ਕਰਕੇ ਪੰਥਕ ਹੋਕੇ ਦੀ ਆਰੰਭਤਾ ਕੀਤੀ ਗਈ, ਜਿਹੜਾ ਅੱਜ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਆ। ਅੱਜ 20ਵੇਂ ਦਿਨ ਤੇ ਅਸੀਂ ਪਿਛਲੇ 6 ਹੋਕਾ ਦਿੰਦੇ ਆ ਰਹੇ ਹਫ਼ਤੇ ਤੋਂ ਕਿ ਸੰਗਤ ਜੀ 6 ਦਸੰਬਰ ਨੂੰ ਇੱਕ ਗੁਰਮਤਿ ਸਮਾਗਮ ਕੀਤਾ ਜਾਊਗਾ, ਕਿਉਂਕਿ ਪੰਜਾਬ ਸਰਕਾਰ ਕੈਪਟਨ ਸਾਹਿਬ ਜਿਨ੍ਹਾਂ ਨੇ ਹੱਥ 'ਚ ਬਾਣੀ ਦੀ ਪੋਥੀ ਫੜ ਕੇ ਸਹੁੰ ਖਾਧੀ ਸੀ ਵੀ ਦੋਸ਼ੀਆਂ ਨੂੰ ਸਜ਼ਾ ਦਿਆਂਗਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ, ਉਹ ਕੈਪਟਨ ਸਰਕਾਰ ਦੀ ਨੀਂਦ ਖੋਲਣ ਵਾਸਤੇ ਉਹਦੇ ਜ਼ਿੰਮੇਵਾਰੀਆਂ ਦਾ ਉਹਨੂੰ ਅਹਿਸਾਸ ਕਰਾਉਣ ਲਈ 6 ਦਸੰਬਰ ਨੂੰ ਇੱਕ ਪੰਥਕ ਹੋਕਾ ਦਿੱਤਾ ਗਿਆ ਵੀ ਸੰਗਤਾਂ ਪਹੁੰਚਣ, ਤਾਂ ਜੋ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਆਉਣ ਵਾਲੀ ਸਾਡੀ ਰਣਨੀਤੀ ਕੀ ਹੋਊਗੀ ਉਹ ਸੰਗਤਾਂ ਦੇ ਸਾਹਮਣੇ ਰੱਖੀ ਜਾ ਸਕੇ। ਇਹ ਦੋ ਚੀਜ਼ਾਂ ਲਈ 6 ਦਸੰਬਰ ਨੂੰ ਸੰਗਤਾਂ ਨੂੰ ਬੁਲਾਇਆ ਗਿਆ ਹੈ। ਆਉਣ ਵਾਲੀਆਂ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਜੇ ਸਿੱਖ ਸਦਭਾਵਨਾ ਦਲ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਕਾਮਯਾਬ ਹੁੰਦਾ ਹੈ ਤਾਂ ਸਿੱਖ ਸਦਭਾਵਨਾ ਦਲ ਵੱਲੋਂ ਕੀ ਕੁਝ ਬਦਲਾਵ ਕੀਤੇ ਜਾਣਗੇ ਪ੍ਰਬੰਧ ਦੇ ਵਿੱਚ, ਕੀ ਕੁਝ ਸੁਧਾਰ ਲਿਆਂਦਾ ਜਾਵੇਗਾ? ਆਖਰੀ ਸਵਾਲ ਹੈ ਜੀ। ਹਾਂ, ਅਸੀਂ ਬਦਲਾ ਨਹੀਂ ਬਦਲਾ ਲਿਆਵਾਂਗੇ। ਆਮ ਤੌਰ ਤੇ ਕੀ ਹੁੰਦਾ ਕਿ ਬਾਦਲ ਦਾ ਵਿਰੋਧੀ ਕੋਈ ਹੋਰ ਹੋ ਸਕਦਾ ਹੈ ਤੇ ਦੂਜਾ ਇਹਨਾਂ ਦਾ ਇਹ ਉਹਨਾਂ ਦੇ ਵਿਰੋਧੀ ਹੋ ਸਕਦੇ ਆ। ਇੱਕ ਦੂਜੇ ਦੇ ਵਿਰੋਧ ਵਿੱਚ ਇਹ ਆਪਣੀਆਂ ਰੋਟੀਆਂ ਸੇਕ ਜਾਂਦੇ ਨੇ, ਪਰ ਗੁਰੂ ਪੰਥ ਦਾ ਸਤਿਆਨਾਸ਼ ਕਰ ਰਹੇ ਆ। ਅਸੀਂ ਬਦਲਾ ਨਹੀਂ, ਅਸੀਂ ਬਦਲਾ ਲਿਆਵਾਂਗੇ। ਅਗਰ ਗੁਰੂ ਪੰਥ ਸਹਿਯੋਗ ਕਰਦਾ ਏ, ਸਾਥ ਦਿੰਦਾ ਏ, ਤੇ ਅਸੀਂ ਉਸ ਪੰਥ ਦੇ ਗੁਲਾਮ ਬਣ ਕੇ ਸਭ ਤੋਂ ਪਹਿਲਾਂ ਸਾਡਾ ਕੰਮ ਹੋਊਗਾ ਕਿ ਸਿੱਖ ਨੀਤੀ ਦੀ ਬਹਾਲੀ ਕਰਨੀ ਤੇ ਰਾਜਨੀਤੀ ਦੀ ਦਖਲ ਅੰਦਾਜ਼ੀ ਬੰਦ ਕਰਨੀ। ਜੀ। ਦੂਸਰਾ ਅਦਬ ਸਤਿਕਾਰ ਬਹਾਲ ਕਰਨਾ। ਜਿਹੜਾ ਸਾਡਾ ਇਤਿਹਾਸ ਆ ਉਹਨੂੰ ਉਹਦੀ ਸੇਵਾ ਸੰਭਾਲ ਕਰਨੀ। ਗੋਲਕ ਚੋਰਾਂ ਲਈ ਜਾਂਚ ਕਮਿਸ਼ਨ ਬਿਠਾਉਣੇ। ਔਰ ਜਿਹੜੀ ਸਾਡੀ ਐਜੂਕੇਸ਼ਨ ਆ, ਮੈਡੀਕਲ ਆ, ਜਿੱਥੋਂ ਸਿੱਖ ਪਨੀਰੀ ਨੂੰ ਬਿਲਕੁਲ ਵਾਂਝਾ ਕਰ ਦਿੱਤਾ ਆ, ਉਹਦੀ ਬਹਾਲੀ ਲਈ ਨਰੈਣੂ ਕੋੜਮਾ ਜਿਹੜਾ ਸ਼ੱਕ ਸ਼ਿਕਾਰਿਆ ਵਾ, ਇਹਨਾਂ ਸਾਰਿਆਂ ਨੂੰ ਨੱਥ ਪਾਉਣੀ। ਇਹ ਸਾਡੇ ਮੁੱਖ ਮਕਸਦ ਹੋਣਗੇ। ਗੁਰੂ ਧਾਮਾਂ ਦੀ ਬਹਾਲੀ, ਜਿਹੜੇ ਗੁਰਦੁਆਰੇ ਧੱਕੇ ਨਾਲ ਬੋਧ ਮੰਦਿਰ ਜਾਂ ਹੋਰ ਮੰਦਿਰ ਬਣਾ ਦਿੱਤੇ ਗਏ ਆ। ਜੀ। ਇੱਕ 27,000 ਏਕੜ ਜ਼ਮੀਨ ਵੀ ਹੈਗੀ ਐਸਜੀਪੀਸੀ ਦੀ ਵਿੱਚ ਕੁਛ ਆਉਂਦਾ ਹੈ, ਪਰ ਮੁੱਖ ਜਿਹੜਾ ਹੋਊਗਾ ਇਹ ਸਿਆਸੀ ਦਖਲਅੰਦਾਜ਼ੀ ਬੰਦ ਕਰਕੇ ਗੁਰੂ ਸਾਹਿਬ ਦਾ ਅਦਬ ਸਤਿਕਾਰ, ਵਿਦਿਆ ਤੇ ਸਿਹਤ ਦੀ ਜਿਹੜੀ ਗੱਲ ਕਰਦੇ ਆ ਉਹ ਲਾਜ਼ਮੀ ਹੋਣਗੇ। ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਆਪ ਜੀ ਨੇ ਸਮਾਂ ਕੱਢਿਆ ਔਰ ਆਪਣਾ ਜਿਹੜਾ ਏਜੰਡਾ ਸੀਗਾ ਉਹਨੂੰ ਆਪ ਜੀ ਨੇ ਸੰਗਤਾਂ ਦੇ ਸਾਹਮਣੇ ਰੱਖਿਆ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।